ਆਪਾਂ ਗੱਲ ਕਰ ਰਹੇ ਸੀ ਗਨੀ ਖਾਂ ਤੇ ਨਵੀ ਖਾਂ ਬਾਰੇ। ਮੁਸਲਮਾਨ ਭਰਾ ਇੱਧਰੋਂ ਗੁਰੂ ਕੇ ਪਿਆਰੇ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਗੁਰੂ ਸਾਹਿਬ ਨੂੰ ਉੱਚ ਦਾ ਪੀਰ ਬਣਾ ਕਰਕੇ ਵੱਖ-ਵੱਖ ਨਗਰਾਂ ਵਿੱਚ ਦੀ ਪਿੰਡ ਸਿਲੋਆਣੀ ਪਹੁੰਚ ਗਏ। ਆਪਾਂ ਸਾਰਾ ਵਿਸਥਾਰ ਨਾਲ ਵਿਚਾਰ ਚੁੱਕੇ ਹਾਂ ਜੀ। ਲੁਧਿਆਣੇ ਦੀ ਧਰਤੀ ਤੇ ਮਹਾਰਾਜ ਰੁਕਦੇ ਨੇ, ਆਲਮਗੀਰ ਗੁਰਦੁਆਰਾ ਜਿੱਥੇ ਭਾਈ ਨੌਧ ਸਿੰਘ ਨੂੰ ਮਿਲਦੇ ਨੇ। ਉਸ ਤੋਂ ਬਾਅਦ ਅੱਗੇ ਜਿਹੜੀ ਵਿਚਾਰ ਚੱਲਦੀ ਹੈ, ਅਗਲਾ ਅੱਜ ਪ੍ਰਸੰਗ ਚੱਲੇਗਾ ਸਿਲੋਆਣੀ ਤਹਿਸੀਲ ਜਗਰਾਵਾਂ ਦੇ ਵਿੱਚ ਸਤਿਗੁਰ ਮਹਾਰਾਜ ਪਹੁੰਚਦੇ ਨੇ। ਇੱਥੇ ਸਤਿਗੁਰ ਮਹਾਰਾਜ ਨੂੰ ਪਿੰਡ ਰਾਏਕੋਟ ਦਾ ਚੌਧਰੀ ਕੱਲਾ, ਰਾਏ ਕੱਲਾ ਇਹਦਾ ਨਾਮ ਸੀ ਜੀ। ਰਾਏ ਕੱਲੇ ਨੂੰ ਪਤਾ ਲੱਗ ਗਿਆ ਮਹਾਰਾਜ ਇਸ ਨਗਰ ਦੇ ਵਿੱਚ ਠਹਿਰੇ ਹੋਏ ਨੇ, ਰੁਕੇ ਹੋਏ ਨੇ। ਰਾਏ ਕੱਲੇ ਦੇ ਅੰਦਰ ਗੁਰੂ ਸਾਹਿਬ ਪ੍ਰਤੀ ਬਹੁਤ ਸਤਿਕਾਰ ਸੀ, ਬਹੁਤ ਪਿਆਰ ਸੀ। ਭਜਿਆ ਰਾਏ ਕੱਲਾ ਸਤਿਗੁਰ ਮਹਾਰਾਜ ਨੂੰ ਆਪਣੇ ਘਰ ਲੈ ਆਇਆ, ਆਪਣੇ ਘਰ ਚਬਾਰੇ ਦੇ ਵਿੱਚ ਮਹਾਰਾਜ ਨੂੰ ਰੱਖਿਆ। ਕਿਉਂਕਿ ਇੱਕ ਪਿੱਛੋਂ ਇੱਕ ਜਿਹੜੀ ਲੜੀ ਜੋੜੀ ਹੋਈ ਹੈ ਜੀ, ਗੁਰੂ ਸਾਹਿਬ ਦੇ ਮਗਰ ਮੁਗਲ ਫੌਜਾਂ ਲੱਗੀਆਂ ਹੋਈਆਂ ਨੇ। ਮੁਗਲ ਫੌਜਾਂ ਗੁਰੂ ਸਾਹਿਬ ਦਾ ਪਿੱਛਾ ਕਰ ਰਹੀਆਂ ਨੇ। ਸਮੇਂ ਦੀ ਹਕੂਮਤ ਨੇ, ਸਰਕਾਰ ਨੇ ਇਹ ਤੈਅ ਕਰ ਦਿੱਤਾ, ਜੇ ਕੋਈ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਰੇ ਦੱਸੇਗਾ ਨਾ, ਉਹਨੂੰ ਇਨਾਮ ਦੇਵਾਂਗੇ, ਉਹਨੂੰ ਸਰਕਾਰੀ ਦਰਬਾਰੇ ਨੌਕਰੀ ਵੀ ਦੇ ਦੇਵਾਂਗੇ। ਪਿੱਛਾ ਫੌਜਾਂ ਕਰ ਰਹੀਆਂ ਨੇ। ਸਤਿਗੁਰ ਮਹਾਰਾਜ ਦੇ ਜਿਹੜੇ ਪਿਆਰੇ ਸਿੱਖ ਨੇ, ਭਾਈ ਗੁਲਾਬੇ ਬਾਰੇ ਆਪਾਂ ਗੱਲ ਕਰ ਚੁੱਕੇ ਹਾਂ। ਇੱਥੋਂ ਆਪਾਂ ਗਨੀ ਖਾਂ ਤੇ ਨਵੀ ਖਾਂ ਬਾਰੇ ਗੱਲ ਕਰ ਚੁੱਕੇ ਹਾਂ। ਮਹੰਤ ਕਿਰਪਾਲ ਦਾਸ ਦਾ ਚੇਲਾ, ਉਹਦੇ ਬਾਰੇ ਵੀ ਆਪਾਂ ਗੱਲ ਕਰ ਚੁੱਕੇ ਹਾਂ। ਰਾਏ ਕੱਲੇ ਨੂੰ ਮਹਾਰਾਜ ਨੇ ਸਾਰੀ ਵਿਥਿਆ ਸੁਣਾਈ। ਸਾਕਾ ਚਮਕੌਰ ਜੋ ਵਾਪਰਿਆ ਚਮਕੌਰ ਸਾਹਿਬ ਦੀ ਧਰਤੀ ਤੇ, ਦੋ ਵੱਡੇ ਜਿਗਰ ਦੇ ਟੋਟੇ ਮਹਾਰਾਜ ਦੇ ਉੱਥੇ ਮਹਾਰਾਜ ਨੇ ਵਾਰ ਦਿੱਤੇ। ਸਮੇਂ ਦੀ ਹਕੂਮਤ ਨੇ, ਸਰਕਾਰ ਨੇ ਜੋ ਕਹਿਰ ਕੀਤਾ, ਜੋ ਤਸ਼ੱਦਦ ਕੀਤਾ, ਸਤਿਗੁਰ ਮਹਾਰਾਜ ਨੇ ਸਾਰਾ ਰਾਏ ਕੱਲੇ ਨੂੰ ਦੱਸ ਦਿੱਤਾ। ਰਾਏ ਕੱਲਾ ਸੀ ਜਿਹੜਾ, ਇਹ ਰਾਏਕੋਟ ਦਾ ਸੀ। ਅੱਖਾਂ 'ਚੋਂ ਪਾਣੀ ਵਹਿ ਰਿਹਾ, ਤਿਪ ਤਿਪ ਕਰਕੇ ਰੋਣਾ ਸ਼ੁਰੂ ਕਰ ਦਿੱਤਾ। ਰੋਈ ਜਾਂਦਾ ਰਾਏ ਕੱਲਾ। ਮਹਾਰਾਜ ਕਹਿੰਦਾ ਕੋਈ ਗੱਲ ਨਹੀਂ। ਸਤਿਗੁਰ ਮਹਾਰਾਜ ਜੀ ਕਹਿੰਦੇ, ਕਲੰਗੀਆਂ ਵਾਲੇ ਮਹਾਰਾਜ ਚੁੱਪ ਕਰ। ਆਪਣੇ ਘਰ ਲਿਜਾ ਕੇ ਮਹਾਰਾਜ ਦੀ ਸੇਵਾ ਕੀਤੀ। ਰਾਏ ਕੱਲੇ ਨੂੰ ਮਹਾਰਾਜ ਨੇ ਇੱਕ ਗੱਲ ਆਖੀ, ਰਾਏ ਕੱਲੇ ਭਾਈ ਕਿਸੇ ਸਿਆਣੇ ਸੂਝਵਾਨ ਪੁਰਸ਼ ਨੂੰ ਸਰਹੰਦ ਵੱਲ ਭੇਜ। ਸਰਸਾ ਦੇ ਕੰਢੇ ਤੇ ਪਰਿਵਾਰ ਦਾ ਵਿਛੋੜਾ ਪੈ ਗਿਆ ਸੀ। ਪਰਿਵਾਰ 3 ਟੁਕੜਿਆਂ ਵਿੱਚ ਵੰਡਿਆ ਗਿਆ ਸੀ। ਜਿਹੜਾ ਸਾਡਾ ਵਹੀਰ ਸੀ, ਸਾਡਾ ਗੁਰੂ ਕੇ ਪਿਆਰੇ ਉਹ ਯੋਧੇ ਸੀ ਨਾਲ 40 ਸਿੰਘ ਵੱਡੇ ਸਾਹਿਬਜ਼ਾਦੇ। ਪਾਤਸ਼ਾਹ ਜੀ ਕਹਿ ਰਹੇ ਨੇ ਅਸੀਂ ਚਮਕੌਰ ਦੀ ਗੜੀ ਪਹੁੰਚ ਗਏ, ਪਰ ਤੂੰ ਇਹ ਪਤਾ ਕਰਨ ਭੇਜ ਕਿਸੇ ਆਪਣੇ ਬੰਦੇ ਨੂੰ, ਸੂਝਵਾਨ ਨੂੰ, ਕਿ ਸਰਹੰਦ ਤੋਂ ਧੰਨ ਮਾਤਾ ਗੁਜਰ ਕੌਰ ਤੇ 2 ਛੋਟੇ ਸਾਹਿਬਜ਼ਾਦੇ, ਜਿਹੜਾ ਉਹ ਪਰਿਵਾਰ ਹੈ, ਉਹ ਕਿੱਥੇ ਚਲਾ ਗਿਆ। ਸਾਡੇ ਨਾਲ ਵਿਛੜ ਗਏ ਸੀ, ਉਹ ਕਿੱਥੇ ਕਿੱਥੇ ਹਨ, ਸੁਰੱਖਿਅਤ ਹਨ। ਮਹਾਰਾਜ ਇਹ ਖਬਰ ਲੈਣ ਵਾਸਤੇ ਇੱਕ ਮਾਹੀ ਨਾਮ ਦਾ ਵਿਅਕਤੀ ਹੈ ਜੀ, ਚੌਧਰੀ ਰਾਏ ਕੱਲੇ ਨੇ ਮਾਹੀ ਨਾਮ ਦੇ ਇੱਕ ਆਦਮੀ ਨੂੰ ਸਰਹੰਦ ਦੀ ਧਰਤੀ ਵੱਲ ਭੇਜਿਆ। ਗੁਰੂ ਸਾਹਿਬ ਦਾ ਹੁਕਮ ਸੁਣ ਕੇ ਸਰਹੰਦ ਇੱਥੋਂ ਲਗਭਗ 70 ਕਿਲੋਮੀਟਰ ਦੀ ਦੂਰੀ ਤੇ ਸੀ। ਮਾਹੀ ਸੀ ਜਿਹੜਾ ਸਤਿਗੁਰੂ ਮਹਾਰਾਜ ਦੀ ਆਗਿਆ ਲੈ ਕਰਕੇ ਇਹ ਚੱਲਿਆ। ਅਗਲੇ ਦਿਨ ਹੀ ਇਹ ਸਰਹੰਦ ਦੀ ਧਰਤੀ ਤੇ ਪਹੁੰਚ ਗਿਆ। ਸਰਹੰਦ ਦੀ ਧਰਤੀ ਤੇ ਜੋ ਕੁਝ ਵਾਕਿਆ ਘਟਨਾਵਾਂ ਘਟੀਆਂ, ਛੋਟੇ ਸਾਹਿਬਜ਼ਾਦੇ ਸਰਹੰਦ ਦੀਆਂ ਨੀਹਾਂ ਅੰਦਰ ਚਿਣ ਦਿੱਤੇ ਗਏ। ਧੰਨ ਮਾਤਾ ਗੁਜਰ ਕੌਰ ਨੂੰ ਸ਼ਹੀਦ ਕਰ ਦਿੱਤਾ ਗਿਆ। ਸਾਰੀ ਖਬਰ ਸੀ ਜਿਹੜੀ ਉਸ ਮਾਹੀ ਨੇ ਲੈ ਲਈ ਹੈ ਉੱਥੋਂ ਦੀ। ਜਦੋਂ ਮਾਹੀ ਦੁਬਾਰਾ ਤੁਰਦਾ ਨਾ ਸਤਿਗੁਰੂ ਜੀ ਕੋਲ ਪਹੁੰਚਿਆ, ਮੂੰਹ ਤੋਂ ਜ਼ੁਬਾਨ ਚੱਲ ਨਹੀਂ ਰਹੀ, ਕੁਝ ਨਿਕਲ ਨਹੀਂ ਰਿਹਾ। ਸਤਿਗੁਰ ਮਹਾਰਾਜ ਨੇ ਪੁੱਛਿਆ, ਭਾਈ ਤੈਨੂੰ ਖਬਰ ਲੈਣ ਵਾਸਤੇ ਭੇਜਿਆ ਸੀ, ਦੱਸ ਉਸ ਨਗਰ ਦੀ ਸਰਹੰਦ ਦੀ ਖਬਰ ਕੀ ਵਾਪਰਿਆ। ਸਾਹਿਬਜ਼ਾਦੇ ਠੀਕ ਨੇ, ਮਾਤਾ ਗੁਜਰ ਕੌਰ ਜੀ ਠੀਕ ਠਾਕ ਨੇ।
इस माही दे अखां चों पानी बह रहा, रो रो के चौधरी कल्ला भी रो रहा, राय कल्ला ਅਤੇ ਜਿਹੜਾ ਮਾਹੀ ਨਾਮ ਦਾ ਵਿਅਕਤੀ ਹੈ, ਦੋਵੇਂ ਸਤਿਗੁਰੂ ਜੀ ਦੇ ਸਨਮੁਖ ਖਲੋ ਕਰਕੇ ਰੋ ਰਹੇ ਨੇ। ਮਹਾਰਾਜ ਨੂੰ ਸਾਰੀ ਵਾਰਤਾਲਾਪ ਜੋ ਸਰਹੰਦ ਦੀਆਂ ਨੀਹਾਂ, ਠੰਡਾ ਬੁਰਜ ਜੋ ਵਾਪਰਿਆ ਸਾਰਾ ਕੁਝ ਮਹਾਰਾਜ ਨੂੰ ਸੁਣਾਇਆ। ਮਹਾਰਾਜ ਬਿਲਕੁਲ ਅਡੋਲ ਬੈਠੇ ਨੇ। ਆਖਿਆ, ਮਹਾਰਾਜ ਤੁਹਾਡੇ ਛੋਟੇ ਜਿਗਰ ਦੇ ਟੋਟੇ ਛੋਟੇ ਸਾਹਿਬਜ਼ਾਦੇ ਨੀਹਾਂ ਅੰਦਰ ਜਿਣ ਕੇ ਸ਼ਹੀਦ ਕਰ ਦਿੱਤੇ। ਪਾਤਸ਼ਾਹ ਜੀ ਨੇ ਪੁੱਛਿਆ, ਅੱਗੇ ਦੀ ਖਬਰ ਕੀ ਹੈ? ਮਹਾਰਾਜ ਕਹਿ ਰਹੇ ਨੇ, ਸਾਹਿਬਜ਼ਾਦਿਆਂ ਬਾਰੇ ਕਿਸੇ ਨੇ ਇਹ ਗੱਲ ਤਾਂ ਨਹੀਂ ਆਖੀ ਵੀ ਜਦੋਂ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਖੜਾ ਕੀਤਾ ਗਿਆ ਸੀ ਉਹ ਡੋਲੇ ਤਾਂ ਨਹੀਂ, ਘਬਰਾਏ ਤਾਂ ਨਹੀਂ, ਉਹਨਾਂ ਨੇ ਈਨ ਤਾਂ ਨਹੀਂ ਮੰਨੀ। ਮਹਾਰਾਜ ਤੁਹਾਡੇ ਛੋਟੇ ਪੁੱਤਰ ਛੋਟੇ ਸਾਹਿਬਜ਼ਾਦੇ ਡੋਲੇ ਨਹੀਂ, ਅਡੋਲ ਰਹੇ। ਨੀਹਾਂ ਅੰਦਰ ਚਿਣ ਦਿੱਤਾ ਗਿਆ। ਤਸ਼ੱਦਦ ਸਮੇਂ ਦੀ ਹਕੂਮਤ ਨੇ, ਸਰਕਾਰ ਨੇ ਬਹੁਤ ਕੀਤਾ ਗਿਆ, ਪਰ ਉਹਨਾਂ ਨੂੰ ਸਰਕਾਰੀ ਤਾਕਤ, ਕੋਈ ਸਰਕਾਰੀ ਅਦਾਰਾ, ਕੋਈ ਸਰਕਾਰੀ ਬੰਦਾ, ਕੋਈ ਸਰਕਾਰੀ ਦਬਾਅ, ਡਰਾ ਧਮਕਾ, ਉਹਨਾਂ ਨੂੰ ਡਰਾਇਆ ਵੀ ਗਿਆ, ਧਮਕਾਇਆ ਵੀ ਗਿਆ, ਪਰ ਉਹਨਾਂ ਨੇ ਈਨ ਨਹੀਂ ਮੰਨੀ, ਹਾਰ ਨਹੀਂ ਮੰਨੀ। ਉਹ ਅਡੋਲ ਰਹਿ ਕੇ ਹੱਸ ਹੱਸ ਕੇ ਸ਼ਹਾਦਤਾਂ ਦਾ ਜਾਮਾ ਪੀ ਗਏ। ਸਤਿਗੁਰੂ ਮਹਾਰਾਜ ਅਡੋਲ ਬੈਠੇ ਨੇ ਇੱਥੇ ਚੌਧਰੀ ਦੇ ਘਰ। ਸਤਿਗੁਰੂ ਮਹਾਰਾਜ ਨੇ ਅੱਗੇ ਇਤਿਹਾਸਕਾਰ ਜੋ ਲਿਖਦੇ ਨੇ ਜੀ, ਉਸ ਅਕਾਲ ਪੁਰਖ ਵਾਹਿਗੁਰੂ ਦਾ ਧੰਨਵਾਦ ਕੀਤਾ, ਪ੍ਰਮਾਤਮਾ ਦਾ। ਪਾਤਸ਼ਾਹ ਨੇ, ਪਾਤਸ਼ਾਹ ਤੇਰਾ ਸ਼ੁਕਰ ਹੈ, ਦੋ ਜਿਗਰ ਦੇ ਟੋਟੇ ਅਡੋਲ ਰਹਿ ਕੇ ਸ਼ਹਾਦਤ ਦਾ ਜਾਮਾ ਪੀ ਗਏ ਨੇ। ਕਲਗੀਆਂ ਵਾਲਾ ਪਿਤਾ ਫਿਰ ਵੀ ਸ਼ੁਕਰਾਨਾ ਕਰ ਰਿਹਾ, ਪੁੱਤਰ ਵਾਰ ਕੇ, ਪਰਿਵਾਰ ਵਾਰ ਕੇ। ਅੱਗੇ ਸਤਿਗੁਰੂ ਮਹਾਰਾਜ ਨੇ ਇੱਕ ਔਰੰਗਜ਼ੇਬ ਨੂੰ ਚਿੱਠੀ ਲਿਖੀ। ਇਤਿਹਾਸ ਵਿੱਚ ਇਹਨੂੰ ਜਫਰਨਾਮਾ ਵੀ ਕਿਹਾ ਜਾਂਦਾ ਹੈ, ਇਤਿਹਾਸ ਅੰਦਰ ਇਹਨੂੰ ਫਤਿਹ ਚਿੱਠੀ ਵੀ ਕਿਹਾ ਜਾਂਦਾ ਹੈ। ਚਿੱਠੀ ਦੇ ਵਿੱਚ ਜੋ ਲਿਖਿਆ ਆਪਾਂ ਸੰਖੇਪ ਅੰਦਰ ਥੋੜ੍ਹੀ ਥੋੜ੍ਹੀ ਵਿਚਾਰ ਕਰਾਂਗੇ ਜੀ। ਚਿੱਠੀ ਦੇ ਵਿੱਚ ਸਤਿਗੁਰੂ ਜੀ ਲਿਖਦੇ ਨੇ, ਉਸੇ ਰੱਬ ਨੇ ਜਿਸ ਨੇ ਤੈਨੂੰ ਔਰੰਗਜ਼ੇਬ ਪਾਤਸ਼ਾਹੀ ਦਿੱਤੀ ਹੈ ਨਾ, ਮੈਨੂੰ ਉਸੇ ਪ੍ਰਮਾਤਮਾ ਨੇ ਧਰਮ ਦੀ ਰੱਖਿਆ ਲਈ ਭੇਜਿਆ। ਤੈਨੂੰ ਬਾਦਸ਼ਾਹੀ ਦੇ ਦਿੱਤੀ ਔਰੰਗਜ਼ੇਬ, ਪਰ ਮੈਨੂੰ ਧਰਮ ਦੀ ਰੱਖਿਆ ਕਰਨ ਵਾਸਤੇ ਭੇਜਿਆ, ਗਰੀਬ ਦੀ ਬਾਂਹ ਫੜਨ ਵਾਸਤੇ ਮੈਨੂੰ ਭੇਜਿਆ। ਤੈਨੂੰ ਔਰੰਗਜ਼ੇਬ ਨਾਮ ਸ਼ੁਭਦਾ ਨਹੀਂ, ਔਰੰਗਜ਼ੇਬ ਨਾਮ ਤੇਰੇ ਤੇ ਚੰਗਾ ਨਹੀਂ ਲੱਗਦਾ। ਔਰੰਗਜ਼ੇਬ ਚਿੱਠੀ ਵਿੱਚ ਸਤਿਗੁਰੂ ਜੀ ਲਿਖ ਰਹੇ ਨੇ, ਕਿਉਂਕਿ ਰਾਜ ਗੱਦੀ ਤੇ ਬੈਠਣ ਵਾਲੇ ਧੋਖੇਬਾਜ਼ ਤੇ ਫਰੇਬੀ ਨਹੀਂ ਹੁੰਦੇ। ਜਿਹੜੇ ਕਿਸੇ ਰਾਜ ਗੱਦੀ ਤੇ ਬਹਿੰਦੇ ਨੇ ਨਾ, ਉਹ ਜਨਤਾ ਨਾਲ, ਦੁਨੀਆ ਨਾਲ, ਸੰਸਾਰ ਨਾਲ ਧੋਖਾ ਤੇ ਫਰੇਬ ਨਹੀਂ ਕਰਦੇ, ਠੱਗੀਆਂ ਨਹੀਂ ਕਰਦੇ। ਪਰ ਤੈਂ ਬਹੁਤ ਵੱਡਾ ਧੋਖਾ ਕੀਤਾ। ਮੈਂ ਤੇਰੇ ਘੋੜਿਆਂ ਦੀਆਂ, ਇੱਥੇ ਲਿਖ ਰਹੇ ਨੇ, ਸੁੰਮਾਂ ਥੱਲੇ ਅੱਗ ਵਿਛਾ ਦੇਵਾਂਗਾ। ਤੈਨੂੰ ਪੰਜਾਬ ਵਿੱਚੋਂ ਪਾਣੀ ਤੱਕ ਨਸੀਬ ਨਹੀਂ ਹੋਣਾ, ਤੇਰੀ ਹਾਲਤ ਇੰਨੀ ਮਾੜੀ ਹੋ ਜਾਣੀ ਹੈ। ਫਿਰ ਕੀ ਹੋਇਆ? ਇੱਥੇ ਸਤਿਗੁਰੂ ਜੀ ਲਿਖ ਰਹੇ ਨੇ, ਫਿਰ ਕੀ ਹੋਇਆ ਜੇ ਵਗਿਆੜ, ਔਰੰਗਜ਼ੇਬ ਨੂੰ ਕਹਿ ਰਹੇ ਨੇ, ਵਗਿਆੜ ਤੂੰ ਧੋਖੇ ਨਾਲ ਸ਼ੇਰ ਦੇ ਬੱਚਿਆਂ ਨੂੰ ਮਰਵਾ ਦਿੱਤਾ, ਧੋਖੇ ਨਾਲ ਸ਼ੇਰ ਦੇ ਬੱਚਿਆਂ ਨੂੰ ਨੀਹਾਂ ਅੰਦਰ ਚਿਣਾ ਦਿੱਤਾ। ਕਿਉਂਕਿ ਔਰੰਗਜ਼ੇਬ ਉੱਥੋਂ ਦੱਖਣ ਤੋਂ ਬੈਠਾ ਫਰਮਾਨ ਜਾਰੀ ਕਰ ਰਿਹਾ ਸੀ। ਔਰੰਗਜ਼ੇਬ ਦਾ ਸਭ ਤੋਂ ਵੱਡਾ ਵਿੱਚ ਹੱਥ ਸੀ। ਤੈਨੂੰ ਤੇਰੀਆਂ ਕਸਮਾਂ ਉੱਤੇ ਕੋਈ ਭਰੋਸਾ ਨਾ ਰਿਹਾ। ਤੇਰੇ ਕੋਲ ਵੀ ਕਿਰਪਾਨ, ਤੇਰੇ ਕੋਲ ਕਿਰਪਾਨ ਚੁੱਕਣ ਤੋਂ ਸਿਵਾ ਕੁਝ ਨਹੀਂ ਰਿਹਾ। ਇੱਥੇ ਲਿਖ ਰਹੇ ਨੇ ਅੱਗੇ, ਜਿਹੜਾ ਲਿਖਦੇ ਨੇ, ਜੇ ਤੈਨੂੰ ਕਦੇ ਮਿਲਣਾ ਦਾ ਸਮਾਂ ਮਿਲ ਗਿਆ ਨਾ, ਜੇ ਤੇਰੇ ਨਾਲ ਕਦੇ ਮਿਲਾਪ ਹੋ ਗਿਆ, ਪਰ ਕਦੇ ਇਤਿਹਾਸ ਵਿੱਚ ਜ਼ਿਕਰ ਮਿਲਦਾ ਜੀ ਗੁਰੂ ਸਾਹਿਬ ਦਾ ਔਰੰਗਜ਼ੇਬ ਨਾਲ ਮਿਲਾਪ ਨਹੀਂ ਹੋਇਆ। ਇਹ ਫਤਿਹ ਚਿੱਠੀ, ਜਫਰਨਾਮਾ ਚਿੱਠੀ ਪੜ੍ਹ ਕੇ ਔਰੰਗਜ਼ੇਬ ਇੰਨਾ ਤੜਫ ਤੜਫ ਕੇ ਮਰਦਾ ਨਾ, ਉਹਦੀ ਹਾਲਤ ਇੰਨੀ ਮਾੜੀ ਹੋ ਜਾਂਦੀ ਹੈ। ਸਹੀ ਗੱਲ ਹੈ, ਪਾਣੀ ਤੱਕ ਨਸੀਬ ਨਹੀਂ ਹੋਇਆ ਉਹਨੂੰ। ਕਿਵੇਂ ਤੜਫ ਤੜਫ ਕੇ, ਵਿਲਕ ਵਿਲਕ ਕੇ ਉਹਦੀ ਜਾਨ ਨਿਕਲਦੀ ਹੈ, ਕਿਉਂਕਿ ਪਾਪ ਅਪਰਾਧ ਬਹੁਤ ਵੱਡਾ ਕੀਤਾ ਸੀ ਉਹਨੇ। ਇੱਥੇ ਲਿਖ ਰਹੇ ਨੇ ਪਾਤਸ਼ਾਹ ਜੀ, ਜੇ ਤੈਨੂੰ ਕਦੇ ਮਿਲਣ ਦਾ ਸਮਾਂ ਮਿਲਿਆ, ਤੈਨੂੰ ਮੈਂ ਰਸਤਾ ਜ਼ਰੂਰ ਵਿਖਾਵਾਂਗਾ। ਗੁਰੂ ਸਾਹਿਬ ਜੀ ਕਹਿ ਰਹੇ ਨੇ,
ਤੂੰ ਆਪਣੀਆਂ ਫੌਜਾਂ ਲੈ ਕੇ ਆ ਜੀ, ਮੈਂ ਆਪਣੀਆਂ ਫੌਜਾਂ ਲੈ ਕੇ ਆਵਾਂਗਾ। ਜੰਗ ਦੇ ਮੈਦਾਨ ਵਿੱਚ ਆਪਾਂ ਦੋਵੇਂ ਇੱਕ ਦੂਜੇ ਨਾਲ ਮੁਕਾਬਲਾ ਕਰਾਂਗੇ ਜੇ ਤੇਰੇ ਅੰਦਰ ਜ਼ਰੂਰਤ ਹੈ। ਇਹ ਚਿੱਠੀ ਔਰੰਗਜ਼ੇਬ ਨੂੰ ਲਿਖੀ ਸੀ ਮਹਾਰਾਜ ਨੇ। ਮੈਂ ਸੰਖੇਪ ਅੰਦਰ ਗੱਲ ਕੀਤੀ, ਅੱਗੇ ਵੀ ਆਪਾਂ ਵਿਚਾਰ ਕਰਾਂਗੇ। ਸਤਿਗੁਰੂ ਜੀ ਇੱਥੋਂ ਅਗਲਾ ਦਿਨ ਚੜ੍ਹਦਾ, ਰਾਏ ਕੱਲੇ ਤੋਂ ਵਿਦਾਇਗੀ ਲੈ ਲਈ। ਰਾਏ ਕੱਲੇ ਦੇ ਘਰ ਠਹਿਰੇ ਹੋਏ ਨੇ, ਇੱਥੋਂ ਵਿਦਾਇਗੀ ਲੈ ਕੇ ਸਤਿਗੁਰ ਮਹਾਰਾਜ ਉਸਨੇ ਰਾਏ ਕੱਲੇ ਨੇ ਵਧੀਆ ਘੋੜੇ ਤੇ ਸ਼ਸਤਰ ਮਹਾਰਾਜ ਨੂੰ ਭੇਟ ਕਰ ਦਿੱਤੇ। ਗੁਰੂ ਜੀ ਉਸ ਨੂੰ ਪਿਆਰ ਤੇ ਸੇਵਾ ਦੀ ਕਦਰ ਕਰਦੇ ਹੋਏ ਪਾਤਸ਼ਾਹ ਜੀ ਨੇ ਰਾਏ ਕੱਲੇ ਨੂੰ ਇੱਕ ਤਲਵਾਰ ਦਿੱਤੀ, ਨਿਸ਼ਾਨੀ ਵਜੋਂ, ਯਾਦਗਾਰ ਵਜੋਂ। ਇੱਥੋਂ ਮਹਾਰਾਜ ਇਸ ਨਗਰ ਤੋਂ ਚੱਲ ਕੇ ਅੱਗੇ ਪਿੰਡ ਦੀਨੇ ਦੀ ਧਰਤੀ ਤੇ ਪਹੁੰਚਦੇ ਨੇ। ਦੀਨੇ ਪਿੰਡ ਦੇ 3 ਭਰਾਵਾਂ ਦਾ ਜ਼ਿਕਰ ਆਉਂਦਾ ਜੀ, ਚੌਧਰੀ, ਲਖਮੀਰ ਤੇ ਸ਼ਮੀਰ ਤਖਤ ਮਾਲੇ, ਤਿੰਨੇ ਭਰਾ ਸੀ। ਦੀਨੇ ਪਿੰਡ ਦੇ 3 ਭਰਾ ਸੀ। ਇਹ 3 ਭਰਾ ਯੋਧ ਰਾਏ ਦੇ ਪੋਤਰੇ ਸੀ। ਹੁਣ ਯੋਧ ਰਾਏ ਪਤਾ ਕੌਣ ਸੀ? ਯੋਧ ਰਾਏ ਉਹ ਗੁਰੂ ਕਾ ਪਿਆਰਾ, ਉਹ ਗੁਰੂ ਕਾ ਸਿੱਖ ਹੈ ਜਿਹਨੇ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਜੰਗਾਂ ਵਿੱਚ ਆਪਣਾ ਹਿੱਸਾ ਪਾਇਆ। ਗੁਰੂ ਹਰਗੋਬਿੰਦ ਮਹਾਰਾਜ ਤੋਂ ਸਿੱਖੀ ਦੀ ਦਾਤ ਪ੍ਰਾਪਤ ਕੀਤੀ ਅਤੇ ਗੁਰੂਸਰ ਦੀ ਜਿਹੜੀ ਜੰਗ ਹੋਈ ਸੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ, ਉਸ ਜੰਗ ਦੇ ਵਿੱਚ ਬਹਾਦਰੀ ਨਾਲ ਜੋਹਰ ਵਿਖਾਏ। ਯੋਧ ਰਾਏ ਦੇ ਪੋਤਰੇ ਨੇ ਜਿਹੜੇ ਅੱਗੇ ਸਤਿਗੁਰ ਮਹਾਰਾਜ ਕਲਗੀਆਂ ਵਾਲੇ ਪਾਤਸ਼ਾਹ ਨੂੰ ਮਿਲਦੇ ਨੇ। ਚੌਧਰੀ ਲਖਮੀਰ, ਚੌਧਰੀ ਸ਼ਮੀਰ ਤੇ ਤਖਤ ਮੱਲ, 3 ਭਰਾ ਨੇ। ਪਾਤਸ਼ਾਹ ਜੀ ਦੀਨੇ ਪਿੰਡ ਆਉਣ ਤੇ ਪਤਾ ਲੱਗਾ, ਪਾਤਸ਼ਾਹ ਜੀ ਦਾ ਬਹੁਤ ਦੀਦਾਰ ਕੀਤਾ, ਸੇਵਾ ਕੀਤੀ। ਇਸ ਦੀਨੇ ਪਿੰਡ ਦੇ ਵਿੱਚ ਇਹਨਾਂ ਚੌਧਰੀਆਂ ਨੇ ਗੁਰੂ ਸਾਹਿਬ ਨੂੰ ਆਪਣੇ ਘਰ ਰੱਖਿਆ, ਪਾਤਸ਼ਾਹ ਦੀ ਸੇਵਾ ਕੀਤੀ ਭਾਵਨਾ ਦੇ ਨਾਲ। ਇੱਥੇ ਦੀਨੇ ਪਿੰਡ ਵਿੱਚ ਗੁਰੂ ਸਾਹਿਬ ਜੀ ਸੰਗਤਾਂ ਜੁੜਦੀਆਂ ਨੇ, ਚੰਗੀਆਂ ਰੌਣਕਾਂ ਲੱਗਣ ਲੱਗ ਪਈਆਂ। ਇੱਥੇ ਭਾਈ ਰੂਪਾ ਜੀ ਦੇ ਪੁੱਤਰ ਭਾਈ ਧਰਮ ਸਿੰਘ, ਭਾਈ ਪਰਮ ਸਿੰਘ ਵੀ ਦੀਦਾਰ ਕਰਨ ਵਾਸਤੇ ਆਉਂਦੇ ਨੇ ਦੀਨੇ ਪਿੰਡ ਦੇ ਅੰਦਰ। ਹੁਣ ਚੌਧਰੀ ਰੂਪਾ ਪਤਾ ਕੌਣ ਆ ਜੀ? ਮਾਲਵੇ ਦਾ ਇਲਾਕਾ ਜਿਹੜਾ ਆਪਣਾ ਇਲਾਕਾ ਵੱਜਦਾ ਹੈ, ਮਾਲਵੇ ਦੇ ਇਲਾਕੇ ਦੇ ਭਾਈ ਸਾਧੂ ਸਿੰਘ ਸੀ। ਭਾਈ ਸਾਧੂ ਜੀ ਸੀ ਨਾ ਜਿਹੜੇ, ਸਾਧੂ ਜੀ, ਭਾਈ ਸਾਧੂ ਜੀ ਨੇ 6ਵੇਂ ਪਾਤਸ਼ਾਹ ਦੇ ਕੋਲੋਂ ਸਿੱਖੀ ਦੀ ਦਾਤ ਪ੍ਰਾਪਤ ਕੀਤੀ ਸੀ। ਉਸ ਦੇ ਘਰ ਇੱਕ ਪੁੱਤਰ ਜੰਮਿਆ ਜਿਹਦਾ ਨਾਮ ਸੀ ਰੂਪਾ, ਚੌਧਰੀ ਰੂਪਾ। ਇਹ ਰੂਪੇ ਦੇ ਪੁੱਤਰ ਸੀ ਭਾਈ ਧਰਮ ਸਿੰਘ ਤੇ ਭਾਈ ਪਰਮ ਸਿੰਘ। ਇਹ ਦੀਨੇ ਪਿੰਡ ਵਿੱਚ ਗੁਰੂ ਦੇ ਦੀਦਾਰ ਕਰਨ ਵਾਸਤੇ ਆਉਂਦੇ ਨੇ। ਇੱਥੇ ਮਹਾਰਾਜ ਨੇ ਸਿੱਖਾਂ ਨੂੰ ਇੱਥੋਂ ਹੁਕਮਨਾਮੇ ਜਾਰੀ ਕਰ ਦਿੱਤੇ, ਹਥਿਆਰਬੰਦ ਹੋ ਕੇ ਜਲਦੀ ਜਲਦੀ ਇੱਥੇ ਸਿੱਖ ਸਤਿਗੁਰਾਂ ਪਾਸ ਪਹੁੰਚਣ ਲੱਗੇ। ਮਹਾਰਾਜ ਨੇ ਆਪਣੇ ਕੋਲ ਬੁਲਾਉਣ ਦੀ ਹਦਾਇਤ ਦਿੱਤੀ। ਇੱਧਰੋਂ ਵਜ਼ੀਰ ਖਾਂ ਹੈ ਜਿਹੜਾ, ਨਵਾਬ ਵਜ਼ੀਰ ਖਾਂ, ਨਵਾਬ ਵਜ਼ੀਰ ਖਾਂ ਨੂੰ ਖਬਰ ਮਿਲਦੀ ਹੈ ਕਿ ਗੁਰੂ ਸਾਹਿਬ ਜੀ ਦੀਨੇ ਪਿੰਡ ਦੇ ਵਿੱਚ ਨੇ। ਕਿਵੇਂ ਖਬਰ ਮਿਲਦੀ ਹੈ? ਦੀਨੇ ਪਿੰਡ ਦਾ ਇੱਕ ਸਾਧੂ ਸੀ ਜੀ, ਸੀਤਲਪੁਰੀ ਦਾ ਚੇਲਾ, ਜਦੋਂ ਸਰਹੰਦ ਦੀ ਧਰਤੀ ਤੇ ਜਾਂਦਾ ਹੈ, ਇਹ ਸਰਹੰਦ ਰਹਿਣ ਵਾਲਾ ਸੀ, ਜਦੋਂ ਉੱਥੇ ਗਿਆ ਇਹਨੇ ਉੱਥੇ ਖਬਰ ਜਾ ਕੇ ਫੈਲਾ ਦਿੱਤੀ। ਮੁਗਲ ਫੌਜਾਂ ਨੂੰ ਦੱਸ ਦਿੱਤਾ ਵੀ ਗੁਰੂ ਸਾਹਿਬ ਜੀ ਤਾਂ ਦੀਨੇ ਪਿੰਡ ਦੇ ਵਿੱਚ ਨੇ, ਦੀਨੇ ਪਿੰਡ ਦੇ ਵਿੱਚ ਠਹਿਰੇ ਹੋਏ ਨੇ। ਦੀਨੇ ਪਿੰਡ ਦੇ ਵਿੱਚ ਚੌਧਰੀ ਲਖਮੀਰ, ਸ਼ਮੀਰ ਤੇ ਤਖਤ ਮੱਲ 3 ਭਰਾ ਗੁਰੂ ਸਾਹਿਬ ਦੀ ਸੇਵਾ ਕਰ ਰਹੇ ਨੇ। ਇਹ ਚੌਧਰੀ, ਇਹਨਾਂ ਨੂੰ ਚਿੱਠੀ ਲਿਖੀ ਸੀ 3 ਭਰਾਵਾਂ ਨੂੰ, ਤੁਸੀਂ ਗੁਰੂ ਨੂੰ ਗ੍ਰਿਫਤਾਰ ਕਰਾ ਦਿਓ, ਤੁਹਾਨੂੰ ਸਰਕਾਰੇ ਦਰਬਾਰੇ ਇਨਾਮ ਦਿੱਤਾ ਜਾਵੇਗਾ, ਨੌਕਰੀਆਂ ਦਿੱਤੀਆਂ ਜਾਣਗੀਆਂ। ਇਹਨਾਂ ਨੇ ਆਖਿਆ ਤੁਸੀਂ ਜੇ ਗੁਰੂ ਨੂੰ ਗ੍ਰਿਫਤਾਰ ਨਹੀਂ ਕਰਾਉਂਦੇ ਨਾ, ਤੁਸੀਂ ਸਜ਼ਾ ਦੇ ਹੱਕਦਾਰ ਹੋਵੋਗੇ, ਸਰਕਾਰ ਦਾ ਹੁਕਮ ਹੈ। ਪਰ ਜੋ 3 ਭਰਾਵਾਂ ਨੇ ਅਥਾਹ ਸੇਵਾ ਕੀਤੀ ਨਾ, ਜੋ ਇਹਨਾਂ ਨੇ ਬੜੀ ਭਾਵਨਾ ਨਾਲ, ਸ਼ਰਧਾ ਨਾਲ ਸੇਵਾ ਕੀਤੀ, 3 ਭਰਾਵਾਂ ਨੇ ਦੁਬਾਰਾ ਚਿੱਠੀ ਲਿਖ ਦਿੱਤੀ, ਅਸੀਂ ਆਪਣੇ ਮੁਰਸ਼ਿਦ ਦੀ, ਆਪਣੇ ਪੀਰ ਦੀ, ਆਪਣੇ ਰਹਿਬਰ ਦੀ ਸੇਵਾ ਕਰ ਰਹੇ ਹਾਂ ਘਰ ਬਿਠਾ ਕੇ। ਕਿਸੇ ਦੀ ਜ਼ਰੂਰਤ ਨਹੀਂ ਹੈ ਸਾਡੇ ਗੁਰੂ ਨੂੰ ਇੱਥੋਂ ਕੋਈ ਗ੍ਰਿਫਤਾਰ ਕਰ ਲਵੇ ਜਾਂ ਕੋਈ ਕਰਾ ਦੇਵੇ। ਦੁਬਾਰਾ ਇਹਨਾਂ ਨੇ ਵਾਪਸ ਚਿੱਠੀ ਲਿਖ ਦਿੱਤੀ। ਇੱਥੋਂ ਜੋ ਅੱਗੇ ਦਾ ਪ੍ਰਸੰਗ ਚੱਲੇਗਾ ਜੀ, ਉਹ ਆਪਾਂ ਕੱਲ੍ਹ ਦੇ ਦੀਵਾਨਾਂ ਅੰਦਰ ਵਿਚਾਰ ਕਰਾਂਗੇ। ਗੁਰੂ ਕਿਰਪਾ ਕਰੇ, ਇੰਨੀ ਬੇਨਤੀ ਪ੍ਰਵਾਨ ਕਰਿਓ। ਅੱਗੇ ਸਤਿਗੁਰ ਮਹਾਰਾਜ ਕਿਵੇਂ ਅਗਲਾ ਪਿੰਡ ਤੈਅ ਕਰਦੇ ਨੇ, ਪਿੰਡ ਦੀਨੇ ਤੋਂ ਦੁਬਾਰੇ ਆਪਾਂ ਵਿਚਾਰ ਸ਼ੁਰੂ ਕਰਾਂਗੇ। ਦੀਨੇ ਪਿੰਡ ਵਿੱਚ ਪਾਤਸ਼ਾਹ ਜੀ ਠਹਿਰੇ ਹੋਏ ਨੇ। ਗੁਰੂ ਕਿਰਪਾ ਕਰੇ, ਇੰਨੀ ਬੇਨਤੀ ਪ੍ਰਵਾਨ ਕਰਿਓ ਜੀ। ਬੋਲਦਿਆਂ ਕੋਲੋਂ ਇੱਕ ਨਹੀਂ ਨਿੱਕਾ ਪ੍ਰਕਾਰ ਦੀਆਂ ਭੁੱਲਾਂ ਮਹਾਰਾਜ ਬਖਸ਼ਣਹਾਰ ਨੇ। ਅੰਤ ਵਿੱਚ ਫਤਿਹ ਨਾਲ ਪਾਓ ਸਾਂਝ, ਆਖੋ ਜੀ ਵਾਹਿਗੁਰੂ।